ਵਾਹਿਗੁਰੂ ਜੀ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀਹੀ ਕਛ ਕਹੀ ਨਾ ਜਾਈ। ਘਨ ਹਰ ਬੂੰਦ ਬਸੌਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਬ ਜਨ ਭਲ ਪੁਨਹ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋ ਹੈ ਬਨ ਆਵੈ। ਗੁਰ ਅਮਰਦਾਸ ਪਰਸੀਐ, ਪੋਹਮ ਪਾਤਕ ਬਿਨਸਹਿ। ਗੁਰ ਅਮਰਦਾਸ ਪਰਸੀਐ, ਸਿੱਧ ਸਾਧਕ ਆਸਸਹਿ। ਗੁਰ ਅਮਰਦਾਸ ਪਰਸੀਐ, ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ, ਅਭਉ ਲੱਭੈ ਗਉ ਚੁਕਹਿ। ਇਕ ਬਿਨ ਦੁਗਣ ਜੋ ਤਉ ਰਹੈ, ਜਾਂ ਸੋ ਮੰਤਰ ਮਾਨਵਹਿ ਲਹੈ। ਜਾਲ ਪਾਪ ਦਾਰਥ ਇਤੜੇ, ਗੁਰ ਅਮਰਦਾਸ ਡਿਠਹਿ ਮਿਲਹੈ। ਜੁਗੋ ਜੁਗ ਅਟਲ, ਕੋਟ ਖੰਡਾਂ ਬ੍ਰਹਮੰਡਾਂ ਦੇ ਮਾਲਕ, ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਅੰਦਰ ਸਜ ਬੈਠੀ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜਿਨ੍ਹਾਂ ਨੇ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੇ ਅਮੋਲਕ ਦੁਰਲੱਭ ਮਨੁੱਖਾ ਜਨਮ ਦੀਆਂ ਕੁਝ ਘੜੀਆਂ ਨੂੰ ਸਫਲਿਆਂ ਬਣਾਉਣ ਦਾ ਯਤਨ ਕੀਤਾ ਹੈ। ਜਿੱਥੇ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਉੱਥੇ ਹੁਣ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਕੱਲ 2 ਅਪ੍ਰੈਲ ਨੂੰ ਜਿੱਥੇ ਗੁਰਤਾ ਗੱਦੀ ਦਿਵਸ ਸੀ, ਉਸ ਦੇ ਸੰਬੰਧ ਦੇ ਵਿੱਚ ਸੰਗਤਾਂ ਦੇ ਨਾਲ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੋ ਭੱਟ ਸਾਹਿਬਾਨਾਂ ਨੇ ਆਪਣੀ ਪਵਿੱਤਰ ਪਾਵਨ ਗੁਰਬਾਣੀ ਸਵਈਆਂ ਦੇ ਵਿੱਚ ਉਚਾਰਨ ਕੀਤਾ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀਹੀ ਕਛ ਕਹੀ ਨਾ ਜਾਈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ ਅਕਥ ਹੈ, ਕਿਸੇ ਦੇ ਪਾਸੋਂ ਕਥੀ ਨਹੀਂ ਜਾ ਸਕਦੀ। ਆਪਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸੇਵਾ ਕਰਕੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਸਾਨੂੰ ਸੇਵਾ ਕਰਨ ਦਾ ਢੰਗ ਦੱਸਿਆ, ਉਸ ਬਾਰੇ ਆਪਾਂ ਸੰਗਤਾਂ ਦੇ ਨਾਲ ਮਿਲੇ ਹੋਏ ਸਮੇਂ ਦੇ ਵਿੱਚ ਰਹਿ ਕੇ ਵਿਚਾਰ ਕਰਨੀ ਹੈ। ਇੱਕ ਵਾਰ ਸਾਰੀ ਸੰਗਤ ਉਚਾਰਨ ਕਰੋ, ਧੰਨ ਧੰਨ ਸਤਿਗੁਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।
ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਆਪਣੀ ਉਮਰ ਦਾ ਅਖੀਰਲਾ ਹਿੱਸਾ ਬਜ਼ੁਰਗ ਅਵਸਥਾ ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ ਸਨ। ਤੇ ਗੁਰਬਾਣੀ ਦੇ ਬਚਨ ਹਨ, ਕਾਲੀ ਜਿਨੀ ਨਾ ਰਾਵਿਆ ਧੌਦੀ ਰਾਵੇ ਕੋਈ, ਕਰ ਸਾਈਂ ਸਿਉ ਪ੍ਰਹੜੇ ਰੰਗ ਨਾ ਵੇਲਾ ਹੋਏ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਜਿੱਥੇ ਸ਼੍ਰੀ ਖਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ ਜੋ ਇਹਨਾਂ ਨੇ ਸੇਵਾ ਕਮਾਈ ਤੇ ਸੇਵਾ ਕਮਾ ਕੇ ਕਰੜੀ ਸੇਵਾ ਕਮਾ ਕੇ ਕਰੜੀ ਘਾਲ ਘਾਲ ਕੇ ਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਬਣੇ ਗੁਰਤਾ ਗੱਦੀ ਨੂੰ ਪ੍ਰਾਪਤ ਕੀਤਾ। ਜਿੱਥੇ ਗੁਰਬਾਣੀ ਦੇ ਵਿੱਚ ਗੁਰ ਸੇਵਾ ਤਪਾਂ ਸਿਰ ਤਪਸਾਰ, ਪਿਛਲੇ ਯੁੱਗਾਂ ਦੇ ਵਿੱਚ ਤਪ ਕੀਤੇ ਜਾਂਦੇ ਸਨ ਤੇ ਸਾਨੂੰ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਾਰੇ ਤਪਾਂ ਦਾ ਸਾਰ ਜਿਹੜਾ ਹੈ ਸੇਵਾ ਦੱਸੀ ਹੈ ਕਿ ਸੇਵਾ ਕਰਨੀ। ਜਿੱਥੇ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਹੁਤ ਕਠਿਨ ਘਾਲਣਾ ਘਾਲੀ ਸੀ, ਉੱਥੇ ਗੁਰਸਿੱਖਾਂ ਦੇ ਵਿੱਚੋਂ ਭਾਈ ਮੰਝ ਜੀ ਨੇ ਬਹੁਤ ਜ਼ਿਆਦੀ ਕਰੜੀ ਜਿਹੜੀ ਘਾਲਣਾ ਸੀ ਘਾਲੀ ਸੀ। ਤੇ ਉਹ ਭਾਈ ਮੰਝ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੂਹ ਭਾਈ ਮੰਝ ਹੈ, ਜਿਸ ਖੂਹ ਦੇ ਵਿੱਚ ਡਿੱਗ ਪਏ ਸਨ ਤੇ ਖੂਹ ਦੇ ਵਿੱਚ ਡਿੱਗੇ ਹੋਏ ਨੂੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੱਢਿਆ ਸੀ ਤੇ ਮੰਗ ਕੇ ਮੰਗੀ ਸੀ ਭਾਈ ਮੰਝ ਜੀ ਨੇ ਕਿ ਜਿੰਨੀ ਮੇਰੀ ਪਰਖ ਕੀਤੀ ਹੈ ਨਾ ਸੇਵਾ ਦੇ ਵਿੱਚ, ਓਨੀ ਪਰਖ ਹੋਰ ਕਿਸੇ ਗੁਰਸਿੱਖ ਦੀ ਸਤਿਗੁਰੂ ਜੀ ਨਾ ਕਰਿਓ, ਤੇ ਨਾ ਇੰਨੀ ਕਰੜੀ ਪਰਖ ਦੇ ਵਿੱਚ ਕੋਈ ਗੁਰਸਿੱਖ ਉਤਰੇਗਾ। ਸਾਰੇ ਗੁਰਸਿੱਖਾਂ ਵਾਸਤੇ ਮੰਗ ਕੀਤੀ ਭਾਈ ਮੰਝ ਜੀ ਨੇ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ ਆਏ, ਸੇਵਾ ਦੇ ਵਿੱਚ ਜੁਟ ਗਏ ਨੇ। ਗੁਰ ਇਤਿਹਾਸ ਦੇ ਵਿੱਚ ਲਿਖਿਆ ਕਿ ਪਾਣੀ ਦੀ ਸੇਵਾ ਮੰਗ ਕੇ ਲਈ ਹੈ ਸੰਗਤ ਨੂੰ ਬੇਨਤੀ ਕਰਕੇ ਕਿ ਮੈਨੂੰ ਸੰਗਤ ਦੀ ਸੇਵਾ, ਲੰਗਰ ਦੀ ਸੇਵਾ ਵਾਸਤੇ ਜਿਹੜਾ ਜਲ ਹੈ ਉਹ ਸੇਵਾ ਬਖਸ਼ੋ। ਤੇ ਦੂਸਰੀ ਸੇਵਾ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਸ਼ਨਾਨ ਦੀ ਸੇਵਾ ਲਈ ਹੈ। ਤੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ ਜਲ ਦੀ ਸੇਵਾ ਦਾ। ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਪਾਣੀ ਪੱਖਾ ਪੀਸ ਦਾਸ ਕੈ ਤਬ ਹੋਹੈ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮਹਜਾਲ। ਪਾਣੀ ਧੋਣ ਦੀ ਸੇਵਾ, ਪੱਖਾ ਝਰਨ ਦੀ ਸੇਵਾ ਤੇ ਆਟਾ ਚੱਕੀ ਪੀਣ ਦੀ ਸੇਵਾ, ਤਿੰਨ ਸੇਵਾ ਦਾ ਜ਼ਿਕਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤਾ ਹੈ। ਜਿੰਨਾ ਵੀ ਸ੍ਰੀ ਖਡੂਰ ਸਾਹਿਬ ਵਿਖੇ ਲੰਗਰ ਦੇ ਵਿੱਚ ਜਲ ਵਰਤਿਆ ਜਾਂਦਾ ਸੀ, ਸਾਰੇ ਲੰਗਰ ਦੇ ਵਿੱਚ ਜਿੰਨੀ ਵੀ ਜਲ ਦੀ ਸੇਵਾ ਸੀ ਸਾਰੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਰਿਆ ਕਰਦੇ ਸਨ। ਜਲ ਲਿਆ ਕੇ ਦੇਣਾ, ਲੰਗਰ ਦੇ ਵਿੱਚ ਇਕੱਠਾ ਕਰ ਦੇਣਾ, ਭਾਂਡੇ ਭਰ ਦੇਣੇ। ਜਦੋਂ ਕਿਤੇ ਇਕਾਂਤ ਮਿਲਣਾ, ਇਕਾਂਤ ਦੇ ਵਿੱਚ ਜਾ ਕੇ ਵਾਹਿਗੁਰੂ 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 ਦਾ ਸਿਮਰਨ ਕਰਨਾ। ਇੱਕ ਸਾਲ ਲੰਘਿਆ, ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇੱਕ ਸਿਰਪਾਓ ਬਖਸ਼ਿਸ਼ ਕੀਤਾ। ਸਿਰਪਾਓ ਦਾ ਅਰਥ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਢੱਕਣ ਵਾਲਾ, ਉਸ ਦਾ ਨਾਮ ਹੈ ਸਿਰਪਾਓ। ਤੇ ਜਿਹੜੇ ਭਗਤੀ ਕਰਨ ਵਾਲੇ ਹਨ ਉਹਨਾਂ ਨੂੰ ਸਤਿਗੁਰਾਂ ਨੇ ਭਗਤੀ ਦਾ ਸਿਰਪਾਓ ਦਿੱਤਾ। ਇਹ ਗੁਰਬਾਣੀ ਦੇ ਵਿੱਚ ਜ਼ਿਕਰ ਹੈ।
ਭਗਤ ਸਿਰ ਪਾਓ ਦਿਓ ਆਪਣੇ ਜਨ, ਕਉ ਪ੍ਰਤਾਪ ਨਾਨਕ ਪ੍ਰਭ ਜਾਤਾ। ਜਦੋਂ 2 ਸਾਲ ਲੰਘੇ ਸੇਵਾ ਕਰਦਿਆਂ ਦੂਸਰਾ ਸਰੋਪਾ ਉਹ ਦਿੱਤਾ। ਸੇਵਾ ਕਰਦੇ ਰਹੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬੁਲਾਇਆ ਤੱਕ ਨਹੀਂ, ਪੁੱਛਿਆ ਤੱਕ ਨਹੀਂ, ਭਾਵੇਂ ਰਿਸ਼ਤੇਦਾਰੀ ਦੇ ਵਿੱਚ ਕੁੜਮ ਲੱਗਦੇ ਸਨ, ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੁਪੁੱਤਰੀ ਬਾਸਰ ਕੇ ਗਿੱਲਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਰਿਵਾਰ ਦੇ ਵਿੱਚ ਭਤੀਜੇ ਨੂੰ ਵਿਆਹੀ ਹੋਈ ਸੀ, ਬੀਬੀ ਅਮਰੋ। ਭਾਵੇਂ ਕੁੜਮ ਲੱਗਦੇ ਸਨ ਪਰ ਪੁੱਛਿਆ ਤੱਕ ਨਹੀਂ, ਕੋਈ ਬਚਨ ਨਹੀਂ ਕੀਤਾ। ਸੇਵਾ ਕਰਦਿਆਂ 12 ਸਾਲ ਬਤੀਤ ਹੋ ਗਏ ਨੇ। ਉਸ ਸਮੇਂ ਜਦੋਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਸੇਵਾ ਪ੍ਰੀਖਿਆ ਦੇ ਵਿੱਚੋਂ ਪਾਸ ਹੋਣਾ ਸੀ, ਇੱਕ ਘਟਨਾ ਹੋਈ ਹੈ। ਕਾਲੀ ਬੋਲੀ ਹਨੇਰੀ ਰਾਤ ਹੈ, ਝੱਖੜ ਵਗ ਰਿਹਾ ਏ, ਮੀਂਹ ਪੈ ਰਿਹਾ ਏ। ਹੁਣ ਵੇਖੋ, ਮੀਂਹ ਤਾਂ 12 ਸਾਲ ਦੇ ਵਿੱਚ ਕਈ ਵਾਰਾਂ ਪਿਆ ਹੋਵੇਗਾ। ਉਸ ਸਮੇਂ ਸਿਰਫ ਕੇਵਲ ਤਾਂ ਕੇਵਲ ਰਸਤਾ ਸੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ 8 ਕਿਲੋਮੀਟਰ ਦਾ ਸਫ਼ਰ ਬਣਦਾ ਏ। 8 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਰਾਤ ਨੂੰ ਪਾਣੀ ਦੀ ਗਾਗਰ ਬਿਆਸ ਦਰਿਆ ਤੋਂ ਭਰ ਕੇ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਕਰਦੇ ਸਨ। ਹੁਣ ਜਿਸ ਦਿਨ ਅਖੀਰਲਾ ਸਮਾਂ ਹੈ, ਪ੍ਰੀਖਿਆ ਦਾ ਸਮਾਂ ਹੈ, ਕਾਲੀ ਬੋਲੀ ਰਾਤ ਹੈ, ਹਨੇਰੀ ਚੱਲ ਰਹੀ ਹੈ, ਝੱਖੜ ਵਗ ਰਿਹਾ ਹੈ, ਤੇ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਜਲਦੀ ਗਾਗਰ ਲੈ ਕੇ ਆਏ ਨੇ ਤੇ ਖਡੂਰ ਸਾਹਿਬ ਵਿਖੇ, ਜਿੱਥੇ ਹੁਣ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਹੈ, ਉੱਥੇ ਇੱਕ ਜਲਾਏ ਦਾ ਘਰ ਸੀ। ਤੇ ਜਲਾਏ ਨੇ ਜੋ ਖੱਡੀ ਲਾਈ ਹੋਈ ਸੀ, ਕਿਉਂਕਿ ਜਲਾਏ ਲੋਕ ਜਿਹੜੇ ਹਨ ਉਹ ਆਪਣਾ ਕੰਮ ਤੇ ਉਹਨਾਂ ਦਾ ਧੰਦਾ ਕੱਪੜਾ ਬੁਣਨਾ, ਉਸਨੇ ਖੱਡੀ ਲਾਈ ਹੋਈ ਸੀ। ਖੱਡੀ ਦਾ ਇੱਕ ਕਿੱਲਾ ਗੱਡਿਆ ਹੋਇਆ ਸੀ, ਕਿਉਂਕਿ ਝੱਖੜ ਬਹੁਤ ਰਾਤ ਵਗ ਰਿਹਾ ਸੀ, ਹਨੇਰੀ ਬਹੁਤ ਜ਼ੋਰ ਦੀ ਵਗ ਰਹੀ ਸੀ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ। ਸਰੀਰ ਜਿਹੜਾ ਸੀ ਸੰਭਲਣਾ ਮੁਸ਼ਕਲ ਹੋਇਆ ਸੀ। ਗੁਰੂ ਅਮਰਦਾਸ ਪਾਤਸ਼ਾਹ ਉਸ ਖੱਡੀ ਦੇ ਕਿੱਲੇ ਦੇ ਨਾਲ ਠੇਡਾ ਲੱਗ ਗਿਆ ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਡਿੱਗ ਪਏ। ਡਿੱਗ ਭਾਵੇਂ ਪਏ ਨੇ ਪਰ ਗਾਗਰ ਨੂੰ ਸੰਭਾਲ ਕੇ ਰੱਖਿਆ ਕਿ ਸਤਿਗੁਰਾਂ ਦਾ ਕਿਤੇ ਇਸ਼ਨਾਨ ਦਾ ਜਿਹੜਾ ਸਮਾਂ ਹੈ ਲੰਘ ਨਾ ਜਾਵੇ, ਕਿਤੇ ਮੇਰੀ ਜਿਹੜੀ ਸੇਵਾ ਏ ਉਹ ਖੁੰਝ ਨਾ ਜਾਵੇ, ਮੈਂ ਸਮੇਂ ਤੋਂ ਕਿਤੇ ਖੁੰਝ ਨਾ ਜਾਵਾਂ। ਜਦੋਂ ਡਿੱਗੇ ਨੇ ਖੜਾਕ ਹੋਇਆ, ਉਸ ਸਮੇਂ ਜਿਹੜਾ ਜਲਾਇਆ ਸੀ ਉਹ ਕਹਿਣ ਲੱਗਾ ਆਪਣੀ ਘਰਵਾਲੀ ਨੂੰ, ਖੜਾਕ ਹੋਇਆ ਏ, ਬਾਹਰ ਵੇਖਾਂ ਕੋਈ ਚੋਰ ਨਹੀਂ। ਉਸ ਸਮੇਂ ਦੋਵੇਂ ਆਪਸ ਵਿੱਚ ਦੀ ਵਿਚਾਰਾਂ ਕਰਦੇ ਕਿ ਆਪਣੇ ਪਾਸ ਕੀ ਹੈ, ਆਪਾਂ ਸਾਦੇ ਘਰ ਦੇ ਵਿੱਚ ਰਹਿੰਦੇ ਹਾਂ ਤੇ ਆਪਣੀ ਕੀ ਕਿਸੇ ਨੇ ਚੋਰੀ ਕਰਨੀ ਹੈ। ਜਦੋਂ ਬਾਰੀ ਖੋਲ ਕੇ, ਤਾਕੀ ਖੋਲ ਕੇ ਵੇਖਿਆ, ਬਿਜਲੀ ਲਿਸ਼ਕੀ ਹੈ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਤੀਸਰੇ ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੇਖਣਾ ਕੀਤਾ ਏ ਤੇ ਜਲਾਈ ਕਹਿਣ ਲੱਗੇ ਆਪਣੇ ਘਰ ਵਾਲੇ ਜਲਾਏ ਨੂੰ ਕਿ ਅਮਰੋ ਨਿਥਾਵਾਂ,
ਜਿੰਨੋਂ ਕਿਤੇ ਕੋਈ ਥਾਂ ਨਹੀਂ ਹੈ, ਕੁੜਮਾਂ ਦੇ ਘਰ ਆ ਕੇ ਪਾਣੀ ਢੋਂਦਾ ਫਿਰਦਾ ਏ। ਗੁਰੂ ਅਮਰਦਾਸ ਪਾਤਸ਼ਾਹ ਦੇ ਸਹਿਜ ਸੁਭਾਅ ਹੀ ਮੁਖ ਤੋਂ ਰਸਨਾ ਤੋਂ ਬਚਨ ਨਿਕਲ ਗਿਆ ਕਿ ਮੈਂ ਤਾਂ ਥਾਂ ਵਾਲਾ ਹਾਂ ਝੱਲੀਏ, ਜਿਹੜਾ ਥਾਂ ਮੈਨੂੰ ਪ੍ਰਾਪਤ ਹੋਇਆ ਹੈ ਉਹ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਇੰਨਾ ਬਚਨ ਕਹਿਣ ਦੀ ਦੇਰ ਸੀ, ਜਲਾਈ ਝੱਲੀ ਹੋ ਗਈ, ਕਮਲੀ ਹੋ ਗਈ, ਕੱਪੜੇ ਪਾੜ ਦਿੱਤੇ। ਹੁਣ ਦਿਨ ਚੜ੍ਹਿਆ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਪਾਸ ਬੁਲਾ ਕੇ ਸਾਰੀ ਰਾਤ ਦੀ ਵਾਰਤਾ ਪੁੱਛੀ ਤੇ ਉਧਰ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆ ਗਿਆ ਕਿ ਇਹ ਤੁਹਾਡੇ ਸਿੱਖ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਕਮਲੀ ਹੋ ਗਈ ਹੈ ਤੇ ਸਤਿਗੁਰੂ ਜੀ ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ ਤੇ ਆਪ ਜੀ ਦੀ ਵਰਸੋਈ ਹੋਏ ਨਗਰੀ ਖਡੂਰ ਸਾਹਿਬ ਵਿਖੇ ਨਿਵਾਸ ਕਰਦੇ ਹਾਂ ਤੇ ਇਹਦੇ ਤੇ ਕਿਰਪਾ ਕਰੋ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੀ ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਆਪਣੀ ਅੰਮ੍ਰਿਤ ਵਰਗੀ ਦ੍ਰਿਸ਼ਟੀ ਜਦੋਂ ਕੀਤੀ ਹੈ ਜਲਾਈ ਵੱਲ, ਉਹਦਾ ਕਮਲ ਠੀਕ ਕਰ ਦਿੱਤਾ। ਫਿਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸਾਰੀ ਵਾਰਤਾ ਪੁੱਛੀ ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਸਮੇਂ ਆਪਣੀ ਸਾਰੀ ਵਾਰਤਾ ਦੱਸੀ ਕਿ ਜਿਹੜੀ ਜੁਲਾਈ ਸੀ ਇਸਨੇ ਰਾਤ ਆ ਬਚਨ ਆਖਿਆ ਏ ਕਿ ਇਹ ਅਮਰੂ ਨਿਥਾਵਾ ਏ, ਨਾ ਇਹਨੂੰ ਰਾਤ ਚੈਨ ਨਾ ਦਿਨੇ ਚੈਨ, ਇਹ ਕੁੜਮਾਂ ਦੇ ਘਰ ਪਾਣੀ ਢੋਂਦਾ ਫਿਰਦਾ ਏ ਤੇ ਮੇਰੇ ਪਾਸੋਂ ਸਹਿਜ ਸੁਭਾਅ ਬਚਨ ਨਿਕਲ ਗਿਆ। ਸਤਿਗੁਰੂ ਜੀ ਮੈਂ ਕੀਤੇ ਹੋਏ ਬਚਨ ਦੀ ਮਾਫੀ ਮੰਗਦਾ। ਤੇ ਜਿਹੜਾ ਬਚਨ ਜੁਲਾਈ ਨੇ ਆਖਿਆ ਸੀ ਨਾ ਕਿ ਇਹ ਨਿਥਾਵਾਂ ਏ, ਉੱਥੋਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਫਿਰ ਵਰ ਜਿਹੜੇ ਸੀ ਦੇਣੇ ਸ਼ੁਰੂ ਕਰ ਦਿੱਤੇ। 12 ਵਾਰ ਬਖਸ਼ਿਸ਼ ਕੀਤੇ ਕਿ ਅਮਰਦਾਸ ਜੀ ਤੁਸੀਂ ਨਿਥਾਵਿਆਂ ਦੇ ਥਾਮ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਧਰਿਆਂ ਦੀ ਧਿਰ, ਨਿਓਟਿਆਂ ਦੀ ਓਟ, ਨਿਪੱਤਿਆਂ ਦੀ ਪੱਤ, ਨਿਗਤਿਆਂ ਦੀ ਗਤ, ਭੰਨਣ ਘੜਨ ਸਮਰੱਥ, ਸਾਰੇ ਜੱਗ ਦੀ ਤੇਰੇ ਹੱਥ ਵਿੱਚ ਨੱਥ। 12 ਵਾਰ ਬਖਸ਼ਿਸ਼ ਕੀਤੇ। 12 ਵਾਰ ਬਖਸ਼ਿਸ਼ ਕਰਕੇ ਨਿਹਾਲ ਕਰ ਦਿੱਤਾ। ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪ੍ਰੀਖਿਆ ਦੇ ਵਿੱਚ ਪਾਸ ਹੋਇਆ ਜਾਣ ਕੇ ਗੁਰਤਾ ਗੱਦੀ ਦੀ ਜਿਹੜੀ ਜ਼ਿੰਮੇਵਾਰੀ ਸੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਤੀਸਰੀ ਜੋਤ ਆ, ਉਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਵਿੱਚ ਸਥਾਪਿਤ ਕਰ ਦਿੱਤੀ, ਟਿਕਾ ਦਿੱਤੀ ਤੇ ਹੁਕਮ ਕਰ ਦਿੱਤਾ ਕਿ ਤੁਸੀਂ ਹੁਣ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚਲੇ ਜਾਓ, ਕਿਉਂਕਿ ਸਮਾਂ ਸੀ ਗੋਇੰਦਾ ਖੱਤਰੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ ਆਇਆ ਸੀ ਕਿ ਸਤਿਗੁਰੂ ਜੀ ਮੇਰੀ ਜ਼ਮੀਨ ਹੈ ਤੇ ਉੱਥੇ ਨਗਰ ਵਸਾਉਣਾ ਕਰੋ। ਮੈਂ ਨਗਰ ਵਸਾਉਂਦਾ ਹਾਂ ਤੇ ਉਹ ਨਗਰ ਭੂਤ ਪ੍ਰੇਤ ਉੱਥੇ ਉਹਨਾਂ ਦਾ ਵਾਸਾ ਏ ਤੇ ਉਹ ਭੂਤ ਪ੍ਰੇਤ ਜਿਹੜੇ ਨੇ ਉਸ ਮੇਰੇ ਬਣੇ ਹੋਏ ਨਗਰ ਨੂੰ ਢਾਹ ਦਿੰਦੇ ਨੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇੱਕ ਛੜੀ ਦਿੱਤੀ ਹੈ ਕਿ ਇਹ ਛੜੀ ਦੇ ਨਾਲ ਜਾ ਕੇ ਨਗਰ ਵਸਾਓ ਤੇ ਨਗਰ ਵੀ ਜਿਹੜਾ ਵਸਾਉਣਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਦੀ ਆਗਿਆ ਕੀ ਹੈ, ਕਿਹੜਾ ਨਗਰ ਵਸਾਉਣਾ, ਉਸ ਨਗਰ ਦਾ ਨਾਮ ਕੀ ਰੱਖਣਾ ਹੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਆਗਿਆ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕਹਿਣ ਲੱਗੇ ਕਿ ਉਸ ਗੋਬਿੰਦ ਵਾਹਿਗੁਰੂ ਜਿਹਦਾ ਨਾਮ ਗੋਬਿੰਦ ਹੈ, ਗੋ ਨਾਮ ਹੈ ਪ੍ਰਿਥਵੀ ਦਾ
ਤੇ ਬਿੰਦ ਨਾਮ ਹੈ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਜਿਹੜਾ ਗੋਬਿੰਦ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਉਸ ਗੋਬਿੰਦ ਦੇ ਨਾਮ ਦੇ ਉੱਪਰ ਨਗਰ ਵਸਾਉਣਾ ਹੈ। ਭੱਟ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਗੋਇੰਦਵਾਲ ਸਾਹਿਬ ਜੀ ਦੀ ਉਸਤਤ ਕਰਦਿਆਂ ਹੋਇਆਂ ਉਚਾਰਨ ਕੀਤਾ, ਗੋਬਿੰਦਵਾਲ ਗੋਬਿੰਦਪੁਰੀ ਸਮ ਜੱਲਨ ਤੀਰ ਵਿਪਾਸ ਬਣਾਇਓ। ਇਹ ਜਿਹੜਾ ਗੋਬਿੰਦਵਾਲ ਹੈ ਗੋਬਿੰਦਪੁਰੀ ਦੇ ਬਰਾਬਰ ਸਮਾਨ ਹੈ। ਤੇ ਬਿਆਸਾ ਤੀਰ ਵਿਪਾਸ ਬਣਾਇਓ। ਵਿਪਾਸ ਦਾ ਅਰਥ ਬਿਆਸਾ ਨਦੀ, ਬਿਆਸਾ ਦਰਿਆ ਦੇ ਕਿਨਾਰੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਗਰ ਵਸਾਉਣਾ ਕੀਤਾ। ਤੇ ਦੂਸਰਾ, ਇਹ ਜਿਹੜੀ ਜ਼ਮੀਨ ਸੀ ਗੋਇੰਦੇ ਖੱਤਰੀ ਦੀ ਸੀ। ਜਿਹੜਾ ਗੋਇੰਦਾ ਖੱਤਰੀ ਹੈ ਇਹਦਾ ਇਤਿਹਾਸ ਆਉਂਦਾ, ਇਸ ਨੇ ਆਪ ਦੱਸਿਆ ਇਤਿਹਾਸ ਦੇ ਵਿੱਚ ਕਿ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਕਿਸ ਤਰ੍ਹਾਂ ਹੋਇਆ। ਇਹ ਗੋਇੰਦਾ ਖੱਤਰੀ ਕਹਿਣ ਲੱਗਾ ਕਿ ਮੇਰਾ ਭਰਾਵਾਂ ਦੇ ਨਾਲ ਜ਼ਮੀਨ ਦਾ ਝਗੜਾ ਚੱਲਦਾ ਸੀ ਤੇ ਮੈਂ ਝੂਠੀ ਸਹੁੰ ਖਾ ਕੇ ਇਹ ਜ਼ਮੀਨ ਜਿਹੜੀ ਲਈ ਹੈ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਭਾਇਆ ਨਹੀਂ, ਤੇ ਅਕਾਲ ਪੁਰਖ ਵਾਹਿਗੁਰੂ ਨੇ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਕਰ ਦਿੱਤਾ ਏ। ਤੇ ਦੂਸਰਾ ਨਾਮ ਗੋਇੰਦੇ ਖੱਤਰੀ ਦੇ ਨਾਮ ਦੇ ਉੱਪਰ ਇਹ ਗੋਇੰਦਵਾਲ ਸਾਹਿਬ ਨਗਰ ਜਿਹੜਾ ਏ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਸਾਉਣਾ ਕੀਤਾ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਵਿਖੇ ਆਪਣਾ ਸਿੱਖੀ ਦਾ ਕੇਂਦਰ ਬਣਾ ਕੇ ਰਹਿੰਦੇ ਸਨ, ਉੱਥੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਿੱਖੀ ਦਾ ਕੇਂਦਰ ਜਿਹੜਾ ਸੀ ਸ੍ਰੀ ਖਡੂਰ ਸਾਹਿਬ ਬਣਾਇਆ। ਤੇ ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਕਿ ਇੱਥੇ ਮੇਰੇ ਜਿਹੜੇ ਪੁੱਤਰ ਹਨ ਦਾਸੂ ਤੇ ਦਾਤੂ ਈਰਖਾ ਕਰਨਗੇ ਤੇ ਤੁਸੀਂ ਨਵਾਂ ਨਗਰ ਵਸਾਓ ਤੇ ਉੱਥੇ ਜਾ ਕੇ ਸਿੱਖੀ ਦਾ ਜਿਹੜਾ ਕੇਂਦਰ ਹੈ ਬਣਾਉਣਾ ਕਰੋ। ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਤਿਲਕ ਦੇਣ ਦੀ ਰਸਮ ਕੀਤੀ ਸੀ, 5 ਪੈਸੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮੱਥਾ ਟੇਕਿਆ ਸੀ ਤੇ ਸਾਰੀ ਸੰਗਤ ਨੂੰ ਹੁਕਮ ਕੀਤਾ ਸੀ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਤੀਸਰੀ ਜੋਤ ਹੈ ਤੇ ਇਸ ਨੂੰ ਨਮਸਕਾਰ ਕਰੋ, ਮੱਥਾ ਟੇਕੋ। ਸਾਰੀਆਂ ਸੰਗਤਾਂ ਨੇ ਨਮਸਕਾਰ ਕਰ ਦਿੱਤੀ ਸੀ, ਮੱਥਾ ਟੇਕ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਭਾਈ ਦਾਸੂ ਨੇ ਨਮਸਕਾਰ ਕਰ ਦਿੱਤੀ ਸੀ, ਮੱਥਾ ਟੇਕ ਦਿੱਤਾ ਸੀ। ਜਿਹੜਾ ਦਾਤੂ ਸੀ ਉਹ ਹੰਕਾਰ ਦੇ ਵਿੱਚ ਉਸਨੇ ਮੱਥਾ ਨਹੀਂ ਸੀ ਟੇਕਿਆ, ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ। ਤੇ ਫਿਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੱਤ ਮਾਰ ਦਿੱਤੀ ਸੀ ਗੋਇੰਦਵਾਲ ਸਾਹਿਬ ਵਿਖੇ ਜਾ ਕੇ। ਉਹ ਲੱਤ ਦੇ ਵਿੱਚ ਸਦਾ ਪੀੜ ਹੁੰਦੀ ਰਹੀ। ਸ੍ਰੀ ਗੁਰੂ ਅਮਰਦਾਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹ ਜਿਹੜੀ ਲੱਤ ਦੀ ਪੀੜ ਸੀ ਉਹ ਹਟਾਈ ਸੀ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁਣ ਨਵਾਂ ਨਗਰ ਵਸਾਇਆ ਏ ਗੋਇੰਦਵਾਲ ਸਾਹਿਬ। ਉੱਥੇ ਗੋਇੰਦਵਾਲ ਸਾਹਿਬ ਵਿਖੇ ਰਹਿ ਕੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਹੁਣ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ, ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦੇ ਰਹੇ ਨੇ। ਜਿੱਥੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਹਿੰਦਿਆਂ ਸਿੱਖੀ ਦਾ ਪ੍ਰਚਾਰ ਪੂਰੇ ਦੇਸ਼ ਦੇ ਵਿੱਚ ਕਰਨ ਵਾਸਤੇ 22 ਪ੍ਰਚਾਰਕ ਜਿਹੜੇ ਸਨ ਸਥਾਪਿਤ ਕੀਤੇ ਸਨ, ਜਿਨ੍ਹਾਂ ਨੂੰ 22 ਪ੍ਰਾਂਤਾਂ ਦੇ ਵਿੱਚ ਇੱਕ ਪ੍ਰਾਂਤ ਦੇ ਵਿੱਚ ਭੇਜਿਆ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਹਿੰਦਿਆਂ ਜਿੱਥੇ ਬੌਲੀ ਸਾਹਿਬ ਦੀ ਰਚਨਾ ਕੀਤੀ, ਛੂਤ ਛਾਤ ਊਚ ਨੀਚ ਦਾ ਜਿੱਥੇ ਭੇਦ ਭਾਵ ਸੀ ਖਤਮ ਕੀਤਾ, ਜੋ ਘੁੰਡ ਕੱਢਣ ਦੀ ਰਸਮ ਹੈ ਉੱਥੇ ਖਤਮ ਕੀਤੀ। ਸਤੀ ਪ੍ਰਥਾ ਦੀ ਜਿਹੜੀ ਰਸਮ ਸੀ, ਜੋ ਜਿਸ ਇਸਤਰੀ ਦਾ ਘਰ ਵਾਲਾ ਮਰ ਜਾਇਆ ਕਰਦਾ ਸੀ ਉਹ ਸਤੀ ਹੋ ਜਾਇਆ ਕਰਦੀ ਸੀ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤੀ ਪ੍ਰਥਾ ਦੀ ਰਸਮ ਨੂੰ ਖਤਮ ਕਰਕੇ ਤੇ ਉਪਦੇਸ਼ ਬਖਸ਼ਿਸ਼ ਕੀਤਾ ਸੀ ਸੰਗਤਾਂ ਨੂੰ। ਹੋਰ ਬੇਅੰਤ ਕਾਰਜ ਕੀਤੇ ਸਨ ਸ੍ਰੀ ਗੁਰੂ
ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਹਿੰਦਿਆਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਦ ਬੌਲੀ ਦੀ ਸੇਵਾ ਚੱਲ ਰਹੀ ਸੀ, ਉੱਥੇ ਕਾਬਲ ਤੋਂ ਚੱਲ ਕੇ ਇੱਕ ਮਾਈ ਸੇਵਾ ਕਰਿਆ ਕਰਦੀ ਸੀ, ਜਿਹਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਜ਼ਾਰ ਹੈ। ਜਦੋਂ ਆਪਾਂ ਜਿੱਥੇ ਦੋ ਨਿਸ਼ਾਨ ਸਾਹਿਬ ਹੈ ਨਾ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸ੍ਰੀ ਅਕਾਲ ਤਖਤ ਸਾਹਿਬ, ਇੱਧਰ ਨੂੰ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਤੇ ਜਿਹੜਾ ਬਾਜ਼ਾਰ ਹੈ, ਉਸ ਬਾਜ਼ਾਰ ਦਾ ਨਾਮ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਰੱਖਿਆ ਸੀ ਮਾਈ ਸੇਵਾ ਦਾ ਬਾਜ਼ਾਰ। ਉਸ ਮਾਈ ਸੇਵਾ ਦੇ ਬਾਜ਼ਾਰ ਦੇ ਵਿੱਚ ਗੁਰਦੁਆਰਾ ਦਰਸ਼ਨੀ ਡਿਓੜੀ ਹੈ। ਜਦੋਂ ਸਤਿਗੁਰੂ ਜੀ ਗੁਰੂ ਕੇ ਮਹਿਲਾਂ ਤੋਂ ਆਇਆ ਕਰਦੇ ਸਨ ਤੇ ਮਾਈ ਸੇਵਾ ਦੇ ਬਾਜ਼ਾਰ ਦੇ ਵਿੱਚੋਂ ਜਿੱਥੇ ਗੁਰਦੁਆਰਾ ਦਰਸ਼ਨੀ ਡਿਓੜੀ ਹੈ, ਉੱਥੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋ ਜਾਇਆ ਕਰਦੇ ਸਨ ਤੇ ਉੱਥੇ ਸਤਿਗੁਰੂ ਜੀ ਨਮਸਕਾਰ ਕਰਿਆ ਕਰਦੇ ਸਨ ਜੋੜਾ ਲਾ ਕੇ। ਹੁਣ ਜਿੱਥੇ ਕਾਬਲ ਤੋਂ ਆ ਕੇ ਮਾਈ ਸੇਵਾ ਕਰਦੀ ਹੈ, ਸੇਵਾ ਕਰਦਿਆਂ ਇੰਨਾ ਅਭਿਆਸ ਸੀ ਨਾਮ ਦਾ ਕਿ ਕਾਬਲ ਉਹਦਾ ਬੱਚਾ ਰੋਇਆ ਕਰਦਾ ਸੀ ਤੇ ਆਪਣੀ ਬਾਹ ਹਿਲਾ ਕੇ ਉਸ ਬੱਚੇ ਨੂੰ ਹੂਟਾ ਦੇ ਦਿਆ ਕਰਦੀ ਸੀ ਪੰਗੂੜੇ ਦੇ ਵਿੱਚ। ਜਦੋਂ ਸੰਗਤਾਂ ਨੇ ਪੁੱਛਿਆ, ਸੰਗਤਾਂ ਨੇ ਹੈਰਾਨ ਹੋ ਕੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦੱਸਿਆ ਕਿ ਇੱਕ ਸੰਗਤਾਂ ਦੇ ਵਿੱਚ ਸੇਵਾ ਕਰਦੀ ਹੈ ਮਾਈ, ਉਹ ਬਾਂਹ ਬੜੀ ਹਿਲਾਉਂਦੀ ਹੈ। ਫਿਰ ਸਤਿਗੁਰਾਂ ਨੇ ਆਪਣੇ ਪਾਸ ਬੁਲਾਇਆ ਮਾਈ ਸੇਵਾ ਨੂੰ ਤੇ ਸੰਗਤਾਂ ਦੇ ਹੁੰਦਿਆਂ ਹੀ ਮਾਈ ਸੇਵਾ ਨੂੰ ਪੁੱਛਿਆ ਕਿ ਤੂੰ ਬਾਂਹ ਕਿਉਂ ਹਿਲਾਉਣੀ ਹੈ। ਉਸ ਮਾਈ ਸੇਵਾ ਨੇ ਦੱਸਿਆ ਕਿ ਮੈਂ ਕਾਬਲ ਤੋਂ ਸੇਵਾ ਕਰਨ ਵਾਸਤੇ ਆਉਣੀ ਹਾਂ ਬੌਲੀ ਸਾਹਿਬ ਦੇ, ਤੇ ਸੇਵਾ ਕਰਕੇ ਵਾਪਸ ਚਲੇ ਜਾਂਦੀ ਹਾਂ ਤੇ ਕਾਬਲ ਦੇ ਵਿੱਚ ਮੇਰਾ ਜਿਹੜਾ ਬੱਚਾ ਇਹ ਪੰਗੂੜੇ ਦੇ ਵਿੱਚ ਹੋਇਆ ਕਰਦਾ ਏ ਤੇ ਮੈਂ ਬਾਂਹ ਹਿਲਾ ਕੇ ਆਪਣੇ ਬੱਚੇ ਨੂੰ ਹੂਟਾ ਦੇਣੀ ਹੈ ਤੇ ਬੱਚਾ ਸੌਂ ਜਾਂਦਾ ਏ। ਵੇਖੋ ਕਿੱਥੋਂ ਕਿੱਥੋਂ ਤੱਕ ਸੇਵਾ ਕਰਨ ਵਾਸਤੇ ਸੰਗਤਾਂ ਆਉਂਦੀਆਂ ਸਨ। ਇਹ ਅੱਤ ਕਥਨੀ ਨਹੀਂ। ਸ੍ਰੀ ਗੋਇੰਦਵਾਲ ਸਾਹਿਬ ਤੋਂ 30 ਕਿਲੋਮੀਟਰ ਦੀ ਦੂਰੀ ਤੇ ਨਗਰ ਪੈਂਦਾ ਏ ਡੱਲੇ ਦੇ 72 ਸਿੱਖ ਹੋਏ ਨੇ ਤੇ ਜਿਸ ਡੱਲੇ ਦੇ ਵਿੱਚ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਹੁਰੇ ਸਨ। ਸਭ ਤੋਂ ਵੱਡਾ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਹੋਇਆ ਭਾਈ ਪਾਰੋ, ਤੇ ਭਾਈ ਪਾਰੋ ਦਾ ਪੁੱਤਰ ਹੋਇਆ ਨਰਾਇਣ ਦਾਸ, ਤੇ ਨਰਾਇਣ ਦਾਸ ਦੀ ਸੁਪੁੱਤਰੀ ਸੀ ਸਤਿਕਾਰਯੋਗ ਮਾਤਾ ਦਮੋਦਰੀ, ਜਿਹਦੇ ਨਾਲ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ। ਹੁਣ ਉਹ ਡੱਲੇ ਤੋਂ ਰੋਜ਼ਾਨਾ ਘੋੜੀ ਤੇ ਚੜ੍ਹ ਕੇ ਆਇਆ ਕਰਦਾ ਸੀ, ਭਾਵੇਂ ਬਿਆਸਾ ਦਰਿਆ ਕਿੰਨਾ ਚੜ੍ਹਿਆ ਹੋਇਆ ਕਰਦਾ ਸੀ, ਤੇ ਫਿਰ ਵੀ ਸਤਿਗੁਰਾਂ ਦੇ ਭਰੋਸੇ ਤੇ ਭਾਈ ਪਾਰੋ ਜਿਹੜਾ ਸੀ ਤੇ ਜਿੰਨੀ ਵੀ ਸੰਗਤ ਉਸ ਦੇ ਨਾਲ ਆਉਂਦੀ ਸੀ, ਉਹ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਦੀ ਸੇਵਾ ਆ ਕੇ ਕਰਿਆ ਕਰਦੀ ਸੀ ਤੇ ਸ਼ਾਮ ਨੂੰ ਆਪਣੇ ਨਗਰ ਨੂੰ ਚਲੇ ਜਾਇਆ ਕਰਦੀ ਸੀ। ਇੱਕ ਉਮਰਾਵ ਜਿਹੜਾ ਸੀ ਲਾਹੌਰ ਤੋਂ ਚੱਲ ਕੇ ਆਇਆ ਸੀ, ਜਿਸ ਦਾ ਨਾਮ ਅੱਲਾ ਖਾਂ ਹੈ। ਉਹਦਾ ਵੀ ਅਸਥਾਨ ਬਣਿਆ ਹੋਇਆ ਇਹ ਡੱਲੇ ਦੇ ਵਿੱਚ। ਉਹ ਰੁਕਿਆ ਹੋਇਆ ਸੀ ਕਿ ਦਰਿਆ ਕਦੋਂ ਥੱਲੇ ਜਾਵੇ ਤੇ ਮੈਂ ਦਰਿਆ ਪਾਰ ਕਰਾਂ। ਭਾਈ ਪਾਰੋ ਦੇ ਨਾਲ ਸੰਗਤ ਹੈ। ਭਾਈ ਪਾਰੋ ਨੇ ਗੁਰੂ ਅਮਰਦਾਸ ਪਾਤਸ਼ਾਹ ਦਾ ਨਾਮ ਲੈ ਕੇ ਘੋੜੀ ਦਰਿਆ ਦੇ ਵਿੱਚ ਠੇਲਤੀ ਹੈ ਤੇ ਪਾਰ ਹੋ ਗਿਆ। ਜਦੋਂ ਭਾਈ ਪਾਰੋ ਸੇਵਾ ਕਰਕੇ ਸ਼ਾਮ ਨੂੰ ਵਾਪਸ ਆਇਆ, ਅਗਲੇ ਦਿਨ ਫਿਰ ਜਾਣਾ ਸੀ, ਉਸਨੇ ਬੇਨਤੀ ਕੀਤੀ ਕਿ ਤੂੰ ਇੰਨਾ ਦਰਿਆ ਚੜ੍ਹਿਆ ਹੋਇਆ ਠਾਠਾਂ ਮਾਰਿਆ ਏ ਤੇ ਤੂੰ ਕਿਸ ਤਰ੍ਹਾਂ ਦਰਿਆ ਦੇ ਪਾਰਲੇ ਪਾਸੇ ਲੰਘ ਜਾਣਾ ਏ, ਦਰਿਆ ਕਿਸ ਤਰ੍ਹਾਂ ਪਾਰ ਕਰਦਾ ਏ। ਭਾਈ ਪਾਰੋ ਨੇ ਫਿਰ ਦਰਸਾਇਆ ਕਿ ਦਰਿਆਓਂ ਪਾਰ ਸ੍ਰੀ ਗੋਇੰਦਵਾਲ ਸਾਹਿਬ ਨਗਰ ਹੈ, ਉੱਥੇ ਤੀਸਰੇ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਵਾਰਸ ਗੁਰੂ ਅਮਰਦਾਸ ਪਾਤਸ਼ਾਹ ਜੀ ਬੌਲੀ ਦੀ ਸੇਵਾ ਕਰਵਾ ਰਹੇ ਨੇ
ਮੈਂ ਉਹਨਾਂ ਦੇ ਭਰੋਸੇ ਤੇ ਉਹਨਾਂ ਦਾ ਸਿੱਖ ਹਾਂ ਤੇ ਉਹਨਾਂ ਦਾ ਨਾਮ ਲੈ ਕੇ ਮੈਂ ਦਰਿਆ ਜਿਹੜਾ ਹੈ ਉਹ ਪਾਰ ਕਰ ਜਾਂਦਾ ਹਾਂ। ਉਹ ਜਿਹੜਾ ਅੱਲਾ ਖਾਨ ਸੀ, ਮੁਸਲਮਾਨ ਸੀ, ਉਹ ਕਹਿਣ ਲੱਗਾ ਮੈਨੂੰ ਵੀ ਦਰਸ਼ਨ ਕਰਵਾ। ਸਾਰੀ ਫੌਜ ਦੇ ਸਮੇਤ ਉਸ ਨੂੰ ਦਰਿਆ ਪਾਰ ਕਰਵਾਇਆ ਭਾਈ ਪਾਰੋ ਨੇ। ਉਹ ਜਿਹੜਾ ਅਮਰਾਵ ਸੀ ਨਾ, ਜਿਹੜਾ ਬਹੁਤ ਵੱਡਾ ਜਰਨੈਲ ਸੀ, ਬਹੁਤ ਵੱਡਾ ਸੌਦਾਗਰ ਸੀ, ਉਹ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਕੇ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਹਿ ਪਿਆ ਸੀ ਤੇ ਬਾਕੀ ਜਿੰਨੇ ਵੀ ਉਸ ਦੇ ਨਾਲ ਆਏ ਸਨ ਸਾਰਿਆਂ ਨੂੰ ਉਸਨੇ ਵਾਪਸ ਭੇਜ ਦਿੱਤਾ ਸੀ ਤੇ ਇੱਥੇ ਰਹਿ ਕੇ ਉਸਨੇ ਸੇਵਾ ਕਮਾਈ ਸੀ। ਤੇ ਜੇ ਭਾਈ ਪਾਰੋ ਏਡਾ ਭਰੋਸਾ ਰੱਖ ਕੇ ਦਰਿਆ ਠਾਠਾਂ ਮਾਰਦਾ ਹੋਵੇ, ਚੜ੍ਹਿਆ ਹੋਵੇ ਤੇ ਦਰਿਆ ਲੰਘ ਕੇ ਆ ਸਕਦਾ ਸੀ ਤੇ ਭਾਈ ਗੋਂਦਾ ਮਨ ਰੂਪੀ ਹੱਥਾਂ ਦੇ ਨਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨ ਰੂਪੀ ਹੱਥਾਂ ਦੇ ਨਾਲ ਧਿਆਨ ਧਰ ਕੇ ਧਿਆਨ ਦੇ ਵਿੱਚ ਮਗਨ ਸੀ। ਤੇ ਜਿਹੜੀ ਮਾਈ ਸੇਵਾ ਸੀ ਉਹ ਵੀ ਫਿਰ ਸ੍ਰੀ ਵਾਹਿਗੁਰੂ ਕਾਬਲ ਤੋਂ ਸੇਵਾ ਕਰਨ ਵਾਸਤੇ ਆ ਸਕਦੀ ਹੈ। ਹੁਣ ਕਿਉਂਕਿ ਜਿਸ ਸਥਾਨ ਤੇ ਦਾਸ ਦੀ ਸੇਵਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਪਿਪਲੀ ਸਾਹਿਬ, ਉਹ ਗੁਰਦੁਆਰਾ ਪੁਤਲੀ ਘਰ ਹੈ। ਜਿਸ ਰਸਤੇ ਸਭ ਤੋਂ ਵੱਡਾ ਰਸਤਾ ਸੀ ਲਾਹੌਰ ਨੂੰ, ਜਰਨੈਲੀ ਸੜਕ ਸੀ ਪੱਛਮ ਵਾਲੇ ਪਾਸੇ ਦੀ, ਜਦੋਂ ਬਾਬਾ ਪ੍ਰਿਥੀ ਚੰਦ ਨੇ ਆਪਣੇ ਮਸੰਦਾਂ ਦੇ ਰਾਹੀਂ ਗੁਰੂ ਘਰ ਦੀ ਕਾਰ ਭੇਟਾ ਆਪ ਲੈ ਲੈਂਦਾ ਸੀ ਤੇ ਸੰਗਤਾਂ ਨੂੰ ਲੰਗਰ ਦੇ ਵਿੱਚ ਭੇਜ ਦਿੰਦਾ ਸੀ ਤੇ ਲੰਗਰ ਮਸਤਾਨਾ ਹੋ ਗਿਆ ਸੀ। ਉਸ ਸਮੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਵਿਚਾਰ ਕਰਕੇ ਸਲਾਹ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਾਰੀਆਂ ਚੁੰਗੀਆਂ ਜਿੰਨੀਆਂ ਸੜਕਾਂ ਆਉਂਦੀਆਂ ਸਨ ਸਾਰੀਆਂ ਸੜਕਾਂ ਤੇ ਹੋਰ ਗੁਰਸਿੱਖਾਂ ਨੂੰ ਤਾਇਨਾਤ ਕੀਤਾ, ਹੋਰ ਸਿੱਖਾਂ ਦੇ ਪਹਿਰੇ ਲਾਏ ਤੇ ਆਪ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਜੋ ਪੱਛਮ ਦੀਆਂ ਸੰਗਤਾਂ ਆਇਆ ਕਰਦੀਆਂ ਸਨ ਉਸ ਸੜਕ ਦੇ ਉੱਪਰ ਗੁਰਦੁਆਰਾ ਪਿਪਲੀ ਸਾਹਿਬ ਦੇ ਹੇਠਾਂ ਥੜਾ ਬਣਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਹੁਣ ਜਿੱਥੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਮਾਂ ਆਇਆ, ਦੂਸਰਾ ਜੰਗ ਲੜਿਆ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦਾ, ਉੱਥੇ ਕਾਬਲ ਤੋਂ ਚੱਲ ਕੇ ਭਾਈ ਸੁਭਾਗਾ ਆਇਆ ਏ ਜੋ 5 ਘੋੜੇ ਲਿਆਇਆ ਏ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਆਪ ਹਿਸਾਬ ਲਾ ਲਿਓ ਵੀ 1-1 ਲੱਖ ਦਾ ਘੋੜਾ ਸੀ। 5 ਲੱਖ ਦੇ ਘੋੜੇ ਭਾਈ ਸੁਭਾਗਾ ਕਾਬਲ ਦਾ ਰਹਿਣ ਵਾਲਾ ਗੁਰੂ ਕਾ ਸਿੱਖ ਲਿਆਇਆ ਸੀ ਤੇ ਅੱਜ ਉਹਨਾਂ ਦੀ ਕੀਮਤ ਕਿੰਨੀ ਹੋਵੇਗੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਦੀ ਭੇਟਾ ਜਿਹੜੀ ਸੀ ਪ੍ਰਵਾਨ ਕੀਤੀ। ਜਿਹੜੇ ਘੋੜੇ ਸਨ ਉਹਨਾਂ ਨੂੰ ਤਕਸੀਮ ਕੀਤਾ, ਇੱਕ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਦਿੱਤਾ, ਇੱਕ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਤੇ ਇੱਕ ਪੈਂਦੇ ਖਾਂ ਨੂੰ ਦਿੱਤਾ, ਇੱਕ ਸਤਿਗੁਰਾਂ ਨੇ ਆਪ ਰੱਖਿਆ ਏ, ਇੱਕ ਤਬੇਲੇ ਦੇ ਵਿੱਚ ਹੈ। ਤੇ ਹੁਣ ਜਿਹੜਾ ਭਾਈ ਗੋਪਾਲਾ ਸੀ ਨਾ ਉਸ ਨੇ ਸ਼ੁੱਧ ਜਪਜੀ ਸਾਹਿਬ ਸੁਣਾਇਆ ਸੀ ਤੇ ਜਦੋਂ ਸ਼ਲੋਕ ਤੇ ਆਇਆ ਸੀ ਉਹਦੇ ਮਨ ਦੇ ਵਿੱਚ ਆਇਆ ਸੀ ਕਿ ਸਤਿਗੁਰ ਜੀ ਜੇ ਮੇਰੇ ਤੇ ਪ੍ਰਸੰਨ ਹੋਣ ਤੇ ਜਿਹੜਾ ਭਾਈ ਸੁਭਾਗਾ ਕਾਬਲ ਤੋਂ ਘੋੜੇ ਲੈ ਕੇ ਆਇਆ ਉਹ ਘੋੜਾ ਮੈਨੂੰ ਪ੍ਰਾਪਤ ਹੋ ਜਾਵੇ। ਫਿਰ ਭਾਈ ਗੋਪਾਲੇ ਨੂੰ 5ਵਾਂ ਘੋੜਾ ਸਤਿਗੁਰਾਂ ਨੇ ਦਿੱਤਾ ਸੀ। ਤੇ ਜਿਨ੍ਹਾਂ ਘੋੜਿਆਂ ਤੋਂ ਜੰਗ ਹੋਈ ਹੈ, ਜਿਨ੍ਹਾਂ ਘੋੜਿਆਂ ਦੇ ਨਾਮ ਦਿਲ ਬਾਗ ਤੇ ਗੁੱਲ ਬਾਗ ਨੇ, ਉਹ ਵੀ ਘੋੜੇ ਕਾਬਲ ਤੋਂ ਆਏ ਸਨ। ਭਾਈ ਤਾਰਾ ਚੰਦ ਤੇ ਭਾਈ ਤਖਤ ਮਲ ਜਿਹੜੇ ਸਨ ਗੁਰੂ ਕੇ ਮਸੰਦ ਉਹ ਲਿਆਏ ਸਨ। ਇੱਕ ਭਾਈ ਦਿਆਲਾ ਗੁਰੂ ਕਾ ਸਿੱਖ ਪ੍ਰਚਾਰਕ ਸੀ ਕਾਬਲ ਦਾ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਾਸਤੇ ਬਹੁਤ ਸੁੰਦਰ 1.25 ਲੱਖ ਰੁਪਏ ਦੀ ਚਾਨਣੀ ਲਿਆਇਆ ਸੀ ਬਣਾ ਕੇ। ਬੇਅੰਤ ਭੇਟਾਵਾਂ ਜਿਹੜੀਆਂ ਸਨ ਕਾਬਲ ਦੀਆਂ ਸੰਗਤਾਂ ਸਤਿਗੁਰਾਂ ਵਾਸਤੇ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਕਰਦੀਆਂ ਸਨ ਤੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰਿਆ ਕਰਦੀਆਂ ਸਨ। ਜਿੱਥੇ ਕਾਬਲ ਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਹੁਕਮਨਾਮਾ ਦਿੱਤਾ ਏ, ਉਸ ਹੁਕਮਨਾਮੇ ਦੇ ਵਿੱਚ ਆਰੰਭ ਦੇ ਵਿੱਚ ਤੇ ਸਮਾਪਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਲਿਖਿਆ ਕਿ ਮੇਰੇ ਤੁਹਾਡੇ ਉੱਪਰ ਮੇਰੀ ਬਹੁਤ ਖੁਸ਼ੀ ਹੈ।
ਮੈਂ ਤੁਹਾਡੇ ਉੱਤੋਂ ਬਹੁਤ ਪ੍ਰਸੰਨ ਹੈ। ਤੇ ਹੁਕਮਨਾਮੇ ਦੇ ਵਿੱਚ ਵੀ ਲਿਖਿਆ ਕਿ ਕਾਬਲ ਗੁਰੂ ਰੱਖੇਗਾ, ਤੇ ਜਿਹਨੂੰ ਗੁਰੂ ਰੱਖੇਗਾ ਉਹਨੂੰ ਫਿਰ ਕੋਈ ਮਾਰ ਨਹੀਂ ਸਕਦਾ। ਤੇ ਜਿਹੜਾ ਕਰਨੀਨਾਮਾ ਹੈ, ਕਰਨੀਨਾਮਾ ਜੋ ਨਿਹੰਗ ਸਿੰਘ ਪੜ੍ਹਦੇ ਨੇ, ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਾਜੀ ਰੁਕਨਦੀਨ ਦੇ ਨਾਲ ਮੱਕੇ ਮਦੀਨੇ ਦੇ ਵਿੱਚ ਵਿਚਾਰ ਗੋਸ਼ਟੀ ਹੋਈ ਹੈ, ਉਸ ਦੇ ਵਿੱਚ ਵੀ ਕਰਨੀਨਾਮਾ ਦੇ ਵਿੱਚ ਵੀ ਲਿਖਿਆ ਹੈ ਕਿ ਜਦੋਂ ਖਾਲਸੇ ਦਾ ਰਾਜ ਹੋਣਾ ਹੈ, ਇਸ ਕਾਬਲ ਦੇ ਰਾਹੀਂ ਹੀ ਗੁਰੂ ਕੇ ਖਾਲਸੇ ਨੇ ਇਕੱਤਰ ਹੋ ਕੇ ਆਉਣਾ ਹੈ ਤੇ ਖਾਲਸਾ ਰਾਜ ਦੀ ਸਥਾਪਤੀ ਕਰਨੀ ਹੈ। ਸੋ ਸਮਾਂ ਹੋ ਗਿਆ ਹੈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿੱਥੇ ਸੇਵਾ ਕਮਾਈ, ਉੱਥੇ ਸਤਿਗੁਰਾਂ ਦਾ ਆਪਾਂ ਹੁਕਮਨਾਮਾ ਪੜ੍ਹਦੇ ਹਾਂ। ਹੁਕਮਨਾਮੇ ਦੇ ਵਿੱਚ ਸ਼ਬਦ ਆਉਂਦਾ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਖੁਦ ਸੇਵਾ ਦਾ ਪ੍ਰਗਟੀਕਲ ਕੀਤਾ, ਆਪ ਸੇਵਾ ਕਮਾਈ ਤੇ ਸੰਗਤਾਂ ਨੂੰ ਸੇਵਾ ਕਰਨ ਦਾ ਢੰਗ ਦੱਸਿਆ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸਤਿਗੁਰਾਂ ਦੀ ਸੇਵਾ ਸਫਲ ਹੈ ਜੇ ਕੋਈ ਚਿੱਤ ਲਾ ਕੇ ਕਰੇ, ਤੇ ਮਨ ਚਿੰਦਿਆ ਫਲ ਪਾਵਣਾ, ਮਨ ਚਿੰਦੇ ਫਲ ਪ੍ਰਾਪਤ ਹੋ ਜਾਂਦੇ ਹਨ। ਤੇ ਸੇਵਾ ਕਰਨ ਦੇ ਨਾਲ ਜਿਹੜੀ ਮੈਲ ਹੈ ਨਾ ਅੰਦਰ ਦੀ, ਜਿਹੜੀ ਸਾਡੇ ਮਨ ਨੂੰ ਲੱਗੀ ਹੋਈ ਹੈ, ਉਹ ਲੱਥ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋਆ ਸਿਆਹੋ, ਖੰਦਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਹੋ। ਇਹ ਸੇਵਾ ਕਰਨ ਦੇ ਨਾਲ ਜਿਹੜਾ ਮਨ ਹੈ ਸਾਡਾ ਸ਼ੁੱਧ ਹੋ ਜਾਂਦਾ ਏ। ਸੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿੱਥੇ ਸੇਵਾ ਕਮਾ ਕੇ ਘਾਲਣਾ ਘਾਲ ਕੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ, ਉੱਥੇ ਸਾਨੂੰ ਸਤਿਗੁਰਾਂ ਨੇ ਸੇਵਾ ਕਰਨ ਦਾ, ਸਿਮਰਨ ਕਰਨ ਦਾ ਢੰਗ ਦੱਸਿਆ ਏ ਕਿ ਕਿਸ ਤਰ੍ਹਾਂ ਅਸੀਂ ਸੇਵਾ ਕਰਨੀ ਹੈ, ਘਾਲਣਾ ਘਾਲਣੀ ਹੈ ਗੁਰੂ ਦੀ। ਸ਼ਬਦ ਦੇ ਵਿੱਚ, ਗੁਰ ਇਤਿਹਾਸ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਣ, ਸਾਡਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਬਣ ਜਾਵੇ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ, ਗੁਰ ਇਤਿਹਾਸ ਦਾ ਸਤਿਕਾਰ ਕਰਦਿਆਂ ਮਾਇਆ ਭੇਟ ਕੀਤੀ ਹੈ, ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਆਈ ਹੈ, ਸੋਈ ਖਜ਼ਾਨੇ ਭੰਡਾਰੇ ਸਤਿਗੁਰ ਜੀ ਭਰਪੂਰ ਕਰਨ। ਖਾਵੇ ਖਰਚੇ ਰਲ ਮਿਲ ਭਾਏ, ਟੋਟ ਨਾ ਆਵੇ ਵੱਧ ਤੋਂ ਜਾਈ ਵਾਲੀਆਂ ਸਤਿਗੁਰ ਜੀ ਬਖਸ਼ਿਸ਼ਾਂ ਕਰਨ। ਪਰਸੋਂ 5 ਤਰੀਕ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਏ। ਸੋ ਸਮੇਂ ਸਮੇਂ ਅਨੁਸਾਰ ਆਉਂਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਸੰਗਤਾਂ ਦੇ ਨਾਲ ਜਿਹੜੀਆਂ ਵਿਚਾਰਾਂ ਏ ਗੁਰਪੁਰਬਾਂ ਦੀਆਂ ਸਾਂਝੀਆਂ ਕਰਦੇ ਰਵਾਂਗੇ। ਦਿਓ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਿਲਬਾਗ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਾਲੇ, ਜਿਨ੍ਹਾਂ ਨੇ ਗੁਰਬਾਣੀ ਕਥਾ ਵਿਚਾਰ, ਗੁਰੂ ਇਤਿਹਾਸ ਤੋਂ ਵਿਚਾਰ ਜੋ ਹੈ ਸਾਖੀਆਂ ਦੇ ਰਾਹੀਂ ਸਾਡੇ ਨਾਲ ਸਾਂਝ ਪਾਈ ਹੈ।